ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕਹਿ ਰੰਗ। ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਣਾ ਲਿਖ ਲੈ ਜਾਹੂ। ਆਪੇ ਬੀਜ ਆਪੇ ਹੀ ਖਾਹੂ, ਨਾਨਕ ਹੁਕਮੀ ਆਵਹੁ ਜਾਹੂ। ਗੁਰੂ ਰੂਪ ਸਾਧ ਸੰਗਤ ਜੀਓ, ਆਪਾਂ ਅੱਜ 20 ਨੰਬਰ ਪੌੜੀ ਦੇ ਨਾਲ ਜੁੜਨ ਦਾ ਯਤਨ ਕਰਨਾ ਹੈ। ਇਸ ਤੋਂ ਪਹਿਲਾਂ 17 ਨੰਬਰ ਪੌੜੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਜਿਹੜੇ ਅਣਗਿਣਤ ਨੇ ਉਸ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਲੇ, ਪਰਮਾਤਮਾ ਨੂੰ ਚਾਹੁਣ ਵਾਲੇ, ਆਪਣੇ ਜੀਵਨ ਦੇ ਵਿੱਚ ਨੇਕ ਕਰਮ ਕਰਨ ਵਾਲੇ। 18 ਨੰਬਰ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਹੈ ਜੋ ਜੀਵਨ ਦੇ ਵਿੱਚ ਭੈੜੇ ਕਰਮ ਕਰਨ ਵਾਲੇ ਹਨ, ਮਲੇਸ਼ ਬੁੱਧੀ ਵਾਲੇ ਹਨ। ਔਰ 19 ਨੰਬਰ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੀ ਵਡਿਆਈ, ਉਸ ਪਰਮਾਤਮਾ ਦੀ ਵਿਸ਼ਾਲਤਾ, ਉਹਦੇ ਗੁਣਾਂ ਦਾ ਜ਼ਿਕਰ ਕੀਤਾ ਹੈ। ਹੁਣ ਇਸ 20 ਨੰਬਰ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਸਾਡਾ ਧਿਆਨ ਇਹ ਗੱਲ ਦੇ ਵੱਲ ਦਿਵਾਉਣਾ ਚਾਹੁੰਦੇ ਨੇ ਕਿ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਉਸ ਪਰਮਾਤਮਾ ਦੀ ਪ੍ਰਾਪਤੀ ਚਾਹੁੰਦੇ ਹਾਂ ਤੇ ਜੀਵਨ ਦੇ ਵਿੱਚ ਮਨ ਕਰਕੇ ਪਵਿੱਤਰਤਾ ਕਿੰਨੀ ਜ਼ਰੂਰੀ ਹੈ। ਮੈਂ ਮਾਫੀ ਮੰਗ ਕੇ ਇਹ ਸ਼ਬਦ ਆਖਦਾ ਹਾਂ ਕਿ ਕਈ ਵਾਰ ਕਿਸੇ ਦਾ ਸਰੀਰ ਪਸੀਨੇ ਦੇ ਨਾਲ, ਮਲ ਮੂਤਰ ਦੇ ਨਾਲ ਭਰਿਆ ਹੋਵੇ ਤੇ ਉਹਦੇ ਕੋਲ ਬੈਠਣਾ ਮੁਸ਼ਕਲ ਹੋ ਜਾਂਦਾ ਹੈ। ਕਿਸੇ ਦੇ ਕੱਪੜੇ ਗੰਦੇ ਹੋਣ ਤੇ ਉਹਦੇ ਕੋਲ ਬੈਠਣਾ ਮੁਸ਼ਕਲ ਹੋ ਜਾਂਦਾ ਹੈ। ਤੇ ਬਾਬਾ ਜੀ ਕਹਿੰਦੇ ਜਿਹਦਾ ਮਨ ਮਲੀਨਤਾ ਨਾਲ ਭਰਿਆ ਹੋਵੇ ਉਹਦੇ ਕੋਲ ਬੈਠਣਾ ਕਿੰਨਾ ਮੁਸ਼ਕਲ ਹੋਵੇਗਾ, ਕਿਉਂਕਿ ਜਿਵੇਂ ਕਿਸੇ ਸਰੀਰ ਕਰਕੇ ਮਲੀਨ ਮਨੁੱਖ ਕੋਲ ਬੈਠਾ ਜਾਵੇ ਉਹਦੇ ਤੋਂ ਬਦਬੂ ਆਉਂਦੀ ਹੈ, ਤੇ ਜਿਹੜਾ ਮਨੁੱਖ ਮਨ ਕਰਕੇ ਮਲੀਨ ਹੋ ਚੁੱਕਾ ਹੋਵੇ, ਜਿਹਦੀ ਮੱਤ ਮਲੀਨ ਹੋ ਚੁੱਕੀ ਹੋਵੇ, ਉਹਦੇ ਕੋਲੋਂ ਵੀ ਨਿੰਦਿਆ ਦੀ, ਵਕਾਰਾਂ ਦੀ, ਵਿਭਚਾਰਾਂ ਦੀ ਬਦਬੂ ਆਉਂਦੀ ਹੈ। ਉਹਦੇ ਕੋਲ ਬੈਠਿਆਂ ਵੀ ਜਦੋਂ ਉਹ ਕੁਝ ਆਪਣੇ ਮੂੰਹ ਤੋਂ ਬੋਲੇਗਾ ਤੇ ਉਹਦੇ ਮੂੰਹ ਦੇ ਵਿੱਚੋਂ ਉਹਨਾਂ ਵਕਾਰਾਂ ਦੀ, ਵਿਭਚਾਰਾਂ ਦੀ, ਮਲੀਨਤਾ ਦੀ ਜਿਹੜੀ ਬਦਬੂ ਹੈ ਉਹ ਆਰਾਮ ਦੇ ਨਾਲ ਪਤਾ ਲੱਗੇਗੀ। ਜਿਵੇਂ ਸੁਖਮਨੀ ਸਾਹਿਬ ਦੇ ਵਿੱਚ ਸਾਹਿਬ ਜੀ ਨੇ ਬਚਨ ਕੀਤਾ, ਮੁਖ ਆਵਤ ਤਾਕੈ ਦੁਰਗੰਧ। ਹੁਣ ਉੱਥੇ ਕਿਸੇ ਦੇ ਮੂੰਹ ਦੇ ਵਿੱਚੋਂ ਦੁਰਗੰਧ ਆਉਣ ਦੀ ਗਲਤ ਨਹੀਂ, ਉਹਨਾਂ ਮਨੁੱਖਾਂ ਦੇ ਮੂੰਹ ਵਿੱਚੋਂ ਦੁਰਗੰਧ ਆ ਰਹੀ ਜਿਨ੍ਹਾਂ ਦੀ ਮੱਤ ਮਲੀਨ ਹੋ ਰਹੀ ਹੈ, ਜਿਨ੍ਹਾਂ ਦੀ ਮੱਤ ਮਲੀਨ ਹੋਈ ਪਈ ਹੈ। ਹੁਣ ਇਸ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਇਹ ਸਾਨੂੰ ਸਮਝ ਦੇ ਰਹੇ ਨੇ, ਇਹ ਸਮਝਾਉਣਾ ਚਾਹੁੰਦੇ ਨੇ ਕਿ ਉਸ ਅਕਾਲ ਪੁਰਖ ਪਰਮਾਤਮਾ ਨੂੰ ਫਿਰ ਅਸੀਂ ਕਿਵੇਂ ਪਵਿੱਤਰ ਹੋ ਕੇ ਮਿਲ ਸਕੀਏ, ਕਿਵੇਂ ਆਪਣੇ ਮਨ ਦੀ ਮਲੀਨਤਾ ਨੂੰ ਖਤਮ ਕਰਕੇ ਮਿਲ ਸਕੀਏ। ਮੈਂ ਬੇਨਤੀ ਕਰਾਂਗਾ ਕਿ ਇਸ ਪੌੜੀ ਦੇ ਵਿੱਚ 4 ਗੱਲਾਂ ਵੱਲ ਆਪਾਂ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਹੈ। ਇੱਕ ਸ਼ਬਦ ਹੈ ਇਹਦੇ ਵਿੱਚ ਆਇਆ ਪਾਪੀ, ਇੱਕ ਸ਼ਬਦ ਆਇਆ ਹੈ ਪੁੰਨੀ,
तीसरा शब्द आपां आखण ते चौथा शब्द करना, इन्हां चौहां वल ध्यान दईए। पुन्नी, पापी, आखण ते करना। मैं पंक्ति पढ़ देवां कि पुन्नी पापी आखण नाहे, कर कर करना लिख लै जाहु। हुण इन्हां चार गल्लां दे वल, इन्हां चार शब्दां दे वल आपां ध्यान केंद्रित करके इस पौड़ी दी विचार करनी है। मैं पौड़ी दी विचार तो पहलां ही कुछ गल्लां आप जी दे नाल सांझियां करन दा यतन करां, क्योंकि ये चारे जिहड़े शब्द ने इन्हां पंक्तियां दे विच, इस पौड़ी दे विच आए ने, ये चारे शब्द पुन्नी, पापी, आखण, करना, इहो ही असलीयत दे विच इस पौड़ी दे विच गल नूं समझण वाले शब्द ने। विशेष तौर ते गुरु साहब पहली गल जो सानू समझाउणा चाहुंदे ने वो ये है कि जिवें जिवें वख-वख प्रकार दीयां बीमारियां होण ना, वख-वख तरह दीयां बीमारियां होण ते उन्हां दी दवाई भी वख-वख हुंदी है। बीमारी अलग है, दवाई भी अलग होएगी। जिहड़ी बीमारी उहदी ओहो जी दवाई। तिवें वख-वख प्रकार दी मैल नूं दूर करन दा जिहड़ा ढंग है वो भी अलग अलग है। मैल अलग अलग, उन्हूं दूर करन दा ढंग भी अलग अलग। फिर मैं बेनती करां, बीमारी जैहो जी बीमारी ओहो जी उहदी दवाई। हरेक बीमारी दी दवा अलग अलग है। बस इसे तरह हरेक प्रकार दी मैल दी दूर करन दी जिहड़ी जुगती है, ढंग है, वो भी अलग अलग है। कई बारी आपां सोचते हैं कि पानी जिहड़ा है वो सारी मैल नूं उतार देगा, हरेक प्रकार दी मैल नूं उतार देगा। नहीं, इस पौड़ी दे विच ये ध्यान आपां केंद्रित करके समझण दा यतन करिए। जे ते हत्थां पैरां नूं केवल मिट्टी घट्टा लगा है, धूड़ मिट्टी लगी है, ये मैल ते पानी नाल धोतियां लथ सकदी। पर जे मैल वधीक है, कपड़ियां दे विच मैल लगी हुई, वो भी मूत्र दी, गंदगी दी, मलीनता दी, पसीने दी, हुण वो इकल्लियां पानी नाल धोतियां नहीं निकल सकदी। उस मैल नूं धोण वास्ते, उस मैल नूं लाउण वास्ते हुण साबण दी भी वरतों करनी पेगी। जे साबण दी वरतों ना कीती ते वो मलीनता जिहड़ी आ वो नहीं निकल सकदी। इहदा मतलब दवाई अलग अलग है। हुण ये मन नूं जिहड़ी मैल लगी है वो ते किसी पानी ने धोनी नहीं, वो ते पानी धो ही नहीं सकदा। उत्थे साबण भी नहीं वरतिया जा सकदा। हुण इस मन दी मलीनता वास्ते किहड़ा साबण लगेगा, किहड़ा पानी लगेगा? फिर समझ आएगी कि मन दी मैल जिहड़ी आ वो पानी दे नाल धोतियां नहीं उतरनी, वो साबण नाल धोतियां नहीं उतरनी। असलीयत दे विच ये मन दी मैल परमात्मा दे प्यार दे रंग दे विच रंगियां उतरेगी, प्यार दे रंग दे विच जुड़ियां उतरेगी। जे हथ पैर शरीर गंदा हो जे तां पानी नाल धोतियां उहदी मैल उतर सकदी है। पर असीं कदी ये नहीं सोचिया कि जे साडे हथ पैर जां शरीर ये गंदे किवें होए ने। साडे अंग जिहड़े ने किसी दे आखण दे नाल गंदे हो गए। आह गल पुन्नी पापी आखण नाहे। असीं अपने हथ पैर जिहड़े गंदे होए, मलीन होए, वो पानी दे नाल धो लए, पर यह सोचिया कि वो गंदे किवें होए। वो किसी दे आखण दे नाल गंदे हो गए, वो किसी दे कहण नाल गंदे हो गए? नहीं,